स्टूडेंट्स ਆਪਾਂ ਕਰਨ ਜਾ ਰਹੇ ਹਾਂ ਆਪਣੀ +1 ਬਾਇਓਲੋਜੀ ਦਾ ਚੈਪਟਰ 16 ਡਾਈਜੈਸ਼ਨ ਐਂਡ ਅਬਜ਼ਰਪਸ਼ਨ। ਡਾਈਜੈਸ਼ਨ ਐਂਡ ਅਬਜ਼ਰਪਸ਼ਨ ਦੇ ਵਿੱਚ ਬੱਚੋ ਤੁਸੀਂ ਕੀ ਪੜੋਗੇ? ਡਾਈਜੈਸਟਿਵ ਸਿਸਟਮ ਯਾਨੀ ਕਿ ਮਨੁੱਖ ਦੀ ਪਾਚਨ ਪ੍ਰਣਾਲੀ, ਪਾਚਨ ਕਿਰਿਆ, ਇਸ ਦੇ ਵੱਖ-ਵੱਖ ਅੰਗ ਤੇ ਇਸ ਦੀ ਵੱਖ-ਵੱਖ ਤਰ੍ਹਾਂ ਦੀਆਂ ਗ੍ਰੰਥੀਆਂ। ਬੱਚੋ ਸਭ ਤੋਂ ਪਹਿਲਾਂ ਆਪਣੇ ਕੋਲ ਜਿਹੜਾ ਡਾਈਜੈਸਟਿਵ ਸਿਸਟਮ ਹੈ ਇਹ ਦੋ ਚੀਜ਼ਾਂ ਦਾ ਮਿਲ ਕੇ ਬਣਿਆ ਹੈ, ਐਲੀਮੈਂਟਰੀ ਕੈਨਾਲ, ਠੀਕ ਹੈ, ਆਹਾਰ ਨਲੀ ਤੇ ਐਸੋਸੀਏਟਡ ਗਲੈਂਡਸ, ਤੇ ਇਸ ਦੇ ਨਾਲ ਜਿਹੜੀਆਂ ਗਲੈਂਡਸ ਗ੍ਰੰਥੀਆਂ ਨੇ, ਜਿਵੇਂ ਕਿ ਤੁਸੀਂ ਪੜ੍ਹ ਕੇ ਆਏ ਹੋਏ ਹੋ, ਲੂਬਾ ਪੜ੍ਹਿਆ ਹੋਇਆ, ਪੈਨਕ੍ਰੀਆਸ, ਲੀਵਰ, ਠੀਕ ਹੈ, ਲਾਰ ਗ੍ਰੰਥੀਆਂ, ਉਹ ਆਪਾਂ ਇਸ ਦੇ ਵਿੱਚ ਪੜਾਂਗੇ। ਸਭ ਤੋਂ ਪਹਿਲਾਂ ਆਪਣੇ ਕੋਲ ਕੀ ਆ ਗਿਆ? ਐਲੀਮੈਂਟਰੀ ਕੈਨਾਲ। ਐਲੀਮੈਂਟਰੀ ਕੈਨਾਲ ਦੀ ਤੁਹਾਡੇ ਕੋਲ ਅਗਲੇ ਪੇਜ ਦੇ ਉੱਪਰ ਪੂਰੀ ਡਾਇਗਰਾਮ ਬਣੀ ਹੋਈ ਹੈ, ਆਪਾਂ ਇੱਥੋਂ ਕਰਦੇ ਹਾਂ। ਇਹ ਹੈ ਬੱਚੋ ਐਲੀਮੈਂਟਰੀ ਕੈਨਾਲ। ਐਲੀਮੈਂਟਰੀ ਕੈਨਾਲ ਯਾਨੀ ਕਿ ਸਾਡੀ ਪਾਚਨ ਆਹਾਰ ਨਲੀ। ਆਹਾਰ ਨਲੀ ਮੈਨੂੰ ਲੱਗਦਾ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ। ਇਹ ਸਟਾਰਟ ਕਿੱਥੋਂ ਹੋਵੇਗੀ? ਆਪਣੇ ਮਾਊਥ ਤੋਂ, ਆਪਣੇ ਮੂੰਹ ਤੋਂ। ਹੁਣ ਤੁਸੀਂ ਸਾਰੇ ਆਪਣੇ ਮੂੰਹ ਵਿੱਚ ਸੋਚੋ ਕੀ ਚੀਜ਼ਾਂ ਨੇ ਤੁਹਾਡੇ ਕੋਲ ਮੂੰਹ ਦੇ ਵਿੱਚ। ਤੁਹਾਡੇ ਕੋਲ ਮੂੰਹ ਦੇ ਵਿੱਚ ਕੀ ਚੀਜ਼ਾਂ ਨੇ? ਤੁਹਾਡੇ ਕੋਲ ਟੀਥ ਨੇ, ਠੀਕ ਹੈ, ਮੂੰਹ ਵਿੱਚ ਕੀ ਹੈ? ਟੀਥ ਹੈ। ਮੂੰਹ ਸ਼ੁਰੂ ਕਿੱਥੋਂ ਹੁੰਦਾ? ਤੁਹਾਡੇ ਦੋ ਲਿਪਸ ਤੋਂ। ਬਾਉਂਡ ਕਿੱਥੋਂ ਹੋ ਰਿਹਾ? ਤੁਹਾਡੇ ਦੋ ਲਿਪਸ ਤੋਂ। ਉਸ ਵਿੱਚ ਕੀ ਆ ਗਿਆ? ਟੀਥ ਆ ਗਿਆ। ਤੁਹਾਡੇ ਕੋਲ ਹੋਰ ਕੀ ਆ ਗਿਆ? ਟੰਗ ਆ ਗਈ, ਠੀਕ ਹੈ ਬੱਚੋ। ਟੀਥ ਹੈ, ਟੰਗ ਹੈ, ਫਿਰ ਤੁਹਾਡੇ ਕੋਲ ਉਸ ਵਿੱਚ ਜਿਹੜੀ ਚੀਜ਼ ਹੈ ਉਹ ਹੈ ਲਾਰ ਗ੍ਰੰਥੀਆਂ, ਤੁਹਾਡੀਆਂ ਸੈਲਿਵਰੀ ਗਲੈਂਡਸ, ਠੀਕ ਹੈ। ਟੀਥ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ? ਟੀਥ ਦੀ ਸਟਰਕਚਰਸ ਤੋਂ ਤੁਸੀਂ ਪਹਿਲਾਂ ਕਰ ਚੁੱਕੇ ਹੋ। ਆਪਾਂ ਟੀਥ ਨੂੰ ਦੇਖੋ, ਇਹ ਤੁਹਾਡੀ ਮੂੰਹ ਦੇ ਵਿੱਚ 4 ਤਰ੍ਹਾਂ ਦੇ ਦੰਦ ਹੁੰਦੇ ਨੇ। ਇਨਸਿਜ਼ਰ, ਇਹ ਕੀ ਹੈ? ਤੁਹਾਡੇ ਅਗਲੇ ਦੰਦ। ਇਹ 4 ਹੁੰਦੇ ਨੇ, ਠੀਕ ਹੈ। ਇੱਕ ਜੇ ਆਪਾਂ ਉੱਪਰ ਤੇ ਨੀਚਲੇ ਵਾਲੇ ਜੁਬਾੜੇ ਦੀ ਗੱਲ ਕਰੀਏ ਤਾਂ ਇਹ ਤੁਹਾਡੇ ਕੋਲ ਕਿੰਨੇ ਹੋ ਗਏ? ਇਨਸਿਜ਼ਰ। ਇਹ ਕੈਨਾਈਨ, ਜਿਨ੍ਹਾਂ ਨੂੰ ਅਸੀਂ ਸੂਏ ਦੰਦ ਕਹਿੰਦੇ ਹਾਂ, ਜਿਹੜੀ, ਠੀਕ ਹੈ। ਫਿਰ ਕੀ ਆ ਗਿਆ ਤੁਹਾਡੇ ਕੋਲ? ਅਗਲੀਆਂ ਜਾੜਾਂ, ਪ੍ਰੀ ਮੋਲਰ ਤੇ ਮੋਲਰ, ਠੀਕ ਹੈ। ਸਾਰੇ ਦੇ ਸਾਰੇ ਦੰਦ ਇਹ ਕੀ ਚੀਜ਼ ਹੈ? ਕਿੱਥੇ ਇੰਬੈਡਡ ਕਿੱਥੇ ਹੁੰਦੇ ਨੇ? ਜੁੜੇ ਕਿੱਥੇ ਹੁੰਦੇ ਨੇ? ਸੌਕੇਟ ਆਫ ਜਾ। ਇਹ ਕੀ ਹੈ? ਤੁਹਾਡਾ ਜੁਬਾੜਾ, ਠੀਕ ਹੈ। ਇਸ ਦੇ ਵਿੱਚ ਤੁਹਾਡੇ ਇਹ ਦੰਦ ਉਸ ਦੇ ਵਿੱਚ ਇੱਕ ਤਰ੍ਹਾਂ ਇੰਬੈਡਡ ਹੁੰਦੇ ਨੇ। ਤਾਂ ਇਸ ਤਰ੍ਹਾਂ ਦੀ ਜਿਹੜੀ ਇੰਬੈਡਡ ਟੀਥ ਹੁੰਦੇ ਨੇ ਉਹਨਾਂ ਨੂੰ ਬੱਚੋ ਥੀਕੋਡੋਂਟ ਕਹਿੰਦੇ ਨੇ, ਠੀਕ ਹੈ। ਇਹ ਕਿੱਥੇ? ਹਿਊਮਨ ਬੀਇੰਗਸ ਵਿੱਚ ਹੁੰਦੇ ਨੇ। ਕਿਵੇਂ? when the teeth are embedded in the socket of jaw, this type of dentition is known as thicodont dentition, ਠੀਕ ਹੈ। ਹੁਣ ਮੈਨੂੰ ਲੱਗਦਾ ਤੁਹਾਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਪਹਿਲਾਂ ਕੀ ਹੁੰਦੇ ਨੇ? ਆਪਣੇ ਦੁੱਧ ਵਾਲੇ ਦੰਦ ਹੁੰਦੇ ਨੇ, ਯਾਨੀ ਕਿ ਮਿਲਕੀ ਟੀਥ, ਉਹ ਟੁੱਟ ਜਾਂਦੇ ਨੇ, ਠੀਕ ਹੈ। ਤੇ ਉਸ ਤੋਂ ਬਾਅਦ ਆਪਣੇ ਕੋਲ ਕੀ ਆ ਜਾਂਦੇ ਨੇ? ਪਰਮਾਨੈਂਟ ਟੀਥ, ਜਿਹੜੇ ਟੁੱਟ ਜਾਂਦੇ ਨੇ। ਆਪਾਂ ਜਿਵੇਂ ਡੈਸੀਡੂਅਲ ਟੀਥ ਵਿੱਚ ਝੜ ਗਏ ਦੰਦ, ਜਿਹੜੇ ਤੁਸੀਂ ਬੜੀ ਵਾਰ ਦੇਖਿਆ ਬਚਪਨ 'ਚ, ਤੁਸੀਂ ਕੀਤਾ ਤੁਹਾਡਾ ਦੰਦ ਟੁੱਟ ਗਿਆ, ਤੁਸੀਂ ਕੀਤਾ ਆਪਣੇ ਤੱਕੀਏ ਨੀਚੇ ਦਬਾ ਕੇ ਸੋ ਗਏ, ਕਿਹਾ ਵੀ ਰਾਤ ਨੂੰ ਚੰਦਾ ਮਾਮਾ ਲੈ ਜਾਏਗਾ ਤੇ ਨਵੇਂ ਦੰਦ ਦੇ ਜਾਏਗਾ। ਇਹ ਕਹਾਣੀਆਂ ਛੋਟੀਆਂ, ਪਰ ਤੁਹਾਨੂੰ ਸਮਝਣ ਦੀ ਇੱਥੇ ਕੀ ਲੋੜ ਕੀ ਆਉਂਦੀ ਹੈ? ਇਸ ਨਾਲ ਕੀ ਸਮਝਾਉਂਦੇ ਆ ਕਿ ਇਨ ਹਿਊਮਨ ਆਪਣੇ ਕੋਲ ਕੀ? ਵੀ ਹੈਵ 2 ਸੈਟ ਆਫ ਟੀਥ। ਵੀ ਹੈਵ 2 ਸੈਟ ਆਫ ਟੀਥ that is called diphylodont। this ਦੇਖੋ, ਇਹ ਤੁਹਾਡੇ ਕੋਲ ਇੱਥੇ ਪਹਿਲਾਂ ਥੀਕੋਡੋਂਟ ਹੈ ਸਪੇਸ ਤੇ, ਠੀਕ ਹੈ। ਮੈਂ ਇੱਕ ਹੋਰ ਚੀਜ਼ ਬੱਚੋ ਦੁਬਾਰਾ ਦੇਖ ਲਓ ਕਿ ਆਪਾਂ ਜਿਹੜਾ ਹੈ, ਜੇ ਤੁਸੀਂ ਸਾਰਿਆਂ ਨੂੰ ਚੈਪਟਰ ਦਾ ਪੇਜ ਜ਼ਰੂਰ ਦੇਖ ਲੈਣਾ। ਥੀਕੋਡੋਂਟ when the teeth are embedded in the socket of jaw bone, this is called thicodont। ਜਦੋਂ ਤੁਹਾਡੇ ਕੋਲ ਆਪਾਂ ਕਹਿੰਦੇ ਆ ਵੀ 2 ਤਰ੍ਹਾਂ ਦੇ ਟੀਥ ਨੇ, this is called diphylodont। diphylodont। ਜਿਹੜੇ ਬੱਚੇ ਪੰਜਾਬੀ ਮੀਡੀਅਮ ਤੋਂ ਆਏ ਹੋ ਬੱਚੋ, ਤੁਸੀਂ ਸਪੈਲਿੰਗ ਨੂੰ ਤੋੜ ਕੇ ਯਾਦ ਕਰੋ, ਠੀਕ ਹੈ। ਸਪੈਲਿੰਗ ਨੂੰ diphylodont, ਜਦੋਂ ਤੁਸੀਂ ਬੋਲੋਗੇ ਠੀਕ ਤਾਂ ਤੁਸੀਂ ਲਿਖੋਗੇ ਵੀ ਠੀਕ। ਫਿਰ ਇੱਥੇ ਆ ਜਾਓ। ਆਪਣੇ ਕੋਲ ਇੱਕ ਤਰ੍ਹਾਂ ਦੇ ਦੰਦ ਨਹੀਂ ਹੈ ਨਾ, ਕੀ ਹੈ? 4 ਤਰ੍ਹਾਂ ਦੇ ਦੰਦ, ਇਨਸੀਜਰ, ਕੈਨਾਈਨ, ਪ੍ਰੀ ਮੋਲਰ ਤੇ ਮੋਲਰ। ਇਸ ਤਰ੍ਹਾਂ ਜਦੋਂ ਆਪਣੇ ਕੋਲ 4 ਤਰ੍ਹਾਂ ਦੇ ਦੰਦ ਹੈ
ਤਾਂ ਇਸ ਤਰ੍ਹਾਂ ਦੇ ਦੰਦਾਂ ਨੂੰ ਕੀ ਕਹਿੰਦੇ ਨੇ ਬੱਚੋ? ਇਸ ਤਰ੍ਹਾਂ ਦੇ ਦੰਦ ਨੂੰ ਕਹਿੰਦੇ ਨੇ ਹੈਟਰੋਡੋਂਟ। ਆ ਦੇਖੋ ਆ ਰਿਹਾ ਮੇਰੇ ਕੋਲ, ਠੀਕ ਹੈ। ਇਹ ਕੀ ਹੈ? ਇਹ ਮੈਂ ਪੇਜ ਨੰਬਰ 258 ਤੋਂ ਤੁਹਾਨੂੰ ਕਰਾ ਰਹੀ ਹਾਂ। ਇਹ ਕੀ ਆ ਗਿਆ? ਹੈਟਰੋਡੋਂਟ, ਠੀਕ ਹੈ। ਹੁਣ ਜੇ ਆਪਣਾ ਮੰਨ ਲਓ ਇਹ ਆਪਣਾ ਮੂੰਹ ਹੈ, ਲਿਪਸ ਦੋਨੋਂ ਲਿਪਸ ਨੇ। ਮੈਂ ਤੁਹਾਨੂੰ ਇੱਥੇ ਇੱਕ ਹਲਕੀ ਜਿਹੀ ਵੈਸੇ ਹੀ ਡਾਇਗਰਾਮ ਬਣਾ ਕੇ ਦੇ ਰਹੀ ਹਾਂ। ਇਹ ਲਿਪਸ ਹੈ ਤੇ ਇਹ ਤੁਹਾਡੀ ਮੂੰਹ ਦੀ ਓਪਨਿੰਗ ਹੈ। ਜੇ ਆਪਾਂ ਇੱਥੇ ਟੀਥ ਬਣਾਈਏ ਸਾਰੇ, ਮੰਨ ਲਓ ਇੱਥੇ ਟੀਥ ਬਣਾਈਏ, ਇਹ ਕੀ ਆ ਗਿਆ? ਉੱਪਰ ਵਾਲੇ ਆਪਣੇ ਅਪਰ ਜਾ, ਇਹ ਕੀ ਆ ਗਿਆ? ਲੋਅਰ ਜਾ। ਜੇ ਇਹਨੂੰ ਇੱਥੋਂ ਆਪਾਂ ਵੰਡ ਦਈਏ ਸੈਂਟਰ 'ਚੋਂ 4 ਹਿੱਸਿਆਂ ਦੇ ਵਿੱਚ, ਮੇਰੀ ਇਹ ਲਾਈਨ ਟੇਢੀ ਆ ਗਈ, ਤਾਂ ਇਹ 4 ਹਿੱਸਿਆਂ 'ਚ ਵੰਡੇ ਗਏ ਨਾ। ਜੇ 4 ਹਿੱਸਿਆਂ 'ਚ ਵੰਡੇ ਜਾਣਗੇ, ਇੱਥੇ ਆਪਣੇ ਕੋਲ ਕੀ ਆਣਗੇ? 2 ਅਗਲੇ ਦੰਦ ਯਾਨੀ ਕਿ ਇਨਸੀਜਰ। ਇੱਕ ਕੀ ਆਊਗਾ? ਕੈਨਾਈਨ। 3 ਕੀ ਆਣਗੇ? ਪ੍ਰੀ ਮੋਲਰ। ਤੇ ਜੇ ਕੋਰਨਰ ਤੇ ਚਲੀਏ 2 ਆਪਣੇ ਕੋਲ ਆਣਗੇ ਮੋਲਰ, ਠੀਕ ਹੈ। ਤਾਂ ਜਿਹੜੀ ਇਹ ਆਪਣਾ ਉਲਟਾ ਹੋ ਗਿਆ ਬੱਚੋ, ਇੱਥੇ ਆਏਗਾ ਆਪਣੇ ਕੋਲ, ਸੌਰੀ ਮੈਂ ਕਰਾਂ ਇਹ ਚੇਂਜ ਹੋ ਗਿਆ, ਇੱਥੇ 2 ਪ੍ਰੀ ਮੋਲਰ ਤੇ 3 ਮੋਲਰ, ਠੀਕ ਹੈ। 2 1 2 3, ਠੀਕ ਹੈ। ਇੱਧਰਲੇ ਹੱਥ ਕੀ ਆਏਗਾ? 2 ਇਨਸੀਜਰ, 1 ਕੈਨਾਈਨ, 2 ਪ੍ਰੀ ਮੋਲਰ ਤੇ 3 ਮੋਲਰਸ। ਨੀਚੇ ਵੀ ਕੀ ਹੋਏਗਾ? 2 ਇਨਸੀਜਰ, 1 ਕੈਨਾਈਨ, 2 ਮੋਲਰ, ਪ੍ਰੀ ਮੋਲਰ ਤੇ 3 ਮੋਲਰ। ਸੇਮ ਕੇਸ ਇੱਥੇ ਆਏਗਾ, ਠੀਕ ਹੈ। ਤਾਂ ਜਦੋਂ ਇਹ 3-4 ਹਿੱਸਿਆਂ ਦੇ ਵਿੱਚ ਆਪਾਂ ਇਸ ਨੂੰ ਵੰਡਤਾ, ਤਾਂ ਇਹ ਜਿਹੜਾ ਲਿਖਣ ਦਾ ਢੰਗ ਹੁੰਦਾ ਹੈ, ਇਸ ਨੂੰ ਟੀਥ ਫਾਰਮੂਲਾ ਜਾਂ ਡੈਂਟਲ ਫਾਰਮੂਲਾ। ਡੈਂਟਲ ਕੀ ਹੈ ਬੱਚੋ? ਡੈਂਟਲ ਜਿਹੜਾ ਸ਼ਬਦ ਹੈ ਦੰਦਾਂ ਦੇ ਨਾਲ ਰਿਲੇਟਡ ਹੈ। ਜਦੋਂ ਵੀ ਤੁਸੀਂ ਕਿਸੇ ਦੰਦਾਂ ਵਾਲੇ ਡਾਕਟਰ ਕੋਲ ਜਾਓਗੇ ਤਾਂ ਤੁਸੀਂ ਉੱਥੇ, ਉਹ ਕੌਣ ਹੋਏਗਾ? ਉਹ ਡੈਂਟਿਸਟ ਹੋਏਗਾ। ਉਹ ਕੌਣ ਹੋਏਗਾ? ਡੈਂਟਿਸਟ, ਠੀਕ ਹੈ। ਤੇ ਜੇ ਤੁਸੀਂ ਬਾਜੂ ਤੁਹਾਡੇ ਕਿਸੇ ਦੰਦ 'ਚ ਦਰਦ ਹੈ, ਤੁਸੀਂ ਜਾ ਕੇ ਦੇਖਣਾ ਡਾਕਟਰ ਕੀ ਕਰਦਾ, ਇਸ ਤਰ੍ਹਾਂ ਕ੍ਰੋਸ ਦਾ ਨਿਸ਼ਾਨ ਲਗਾਉਂਦਾ ਤੇ ਫਿਰ ਇੱਥੇ ਲਿਖਦਾ, ਇੱਥੇ ਗਿਣਤੀ ਲਿਖੇਗਾ। ਮੰਨ ਲਓ ਤੁਹਾਡੇ ਕੋਈ ਮੰਨ ਲਓ ਵੀ ਪ੍ਰੀ ਮੋਲਰ ਕੋਈ ਹੈ, ਤਾਂ ਇੱਥੇ ਫਸਟ ਪ੍ਰੀ ਇੱਥੇ ਲਿਖੇਗਾ, ਫਸਟ ਪ੍ਰੀ ਮੋਲਰ। ਇਸ ਤਰ੍ਹਾਂ ਤੁਹਾਨੂੰ ਇੱਥੇ ਲਿਖ ਕੇ ਆਪਣੇ ਕੋਲ ਸਾਈਡ ਤੇ ਲਿਖ ਕੇ ਰੱਖਦਾ ਵੀ ਬੱਚੇ ਨੂੰ ਜਿਹੜੀ ਮੇਰੇ ਕੋਲ ਆਇਆ ਚੈੱਕ ਕਰਾਉਣ ਲਈ, ਉਹਨੂੰ ਕੀ ਪ੍ਰੋਬਲਮ ਹੈ, ਠੀਕ ਹੈ। ਤਾਂ ਇਹ ਕੀ ਹੈ? ਆਪਣਾ ਡੈਂਟਲ ਫਾਰਮੂਲਾ। ਇਸ ਨੂੰ ਤੁਸੀਂ ਸਿੰਪਲ ਇਸ ਤਰ੍ਹਾਂ 2 1 2 3 ਯਾਨੀ ਕਿ ਅਪਰ ਜਾ, ਠੀਕ ਹੈ, 2 1 2 3 ਲੋਅਰ ਜਾ, ਇਸੇ ਦੇ ਹੀ ਤੁਸੀਂ ਅੱਗੇ ਐਕਸਟੈਂਡ ਕਰਕੇ ਇਸ ਨੂੰ ਲਿਖ ਸਕਦੇ ਹੋ, ਠੀਕ ਹੈ ਬੱਚੋ। ਤਾਂ ਦਿਸ ਇਜ਼ ਯੋਰ ਡੈਂਟਲ ਫਾਰਮੂਲਾ। ਡੈਂਟਲ ਫਾਰਮੂਲਾ 'ਚ 2 ਕੀ ਹੈ? ਇਨਸੀਜਰ। 1 ਕੀ ਆ ਗਿਆ ਤੁਹਾਡੇ ਕੋਲ? ਕੈਨਾਈਨ, ਦੈਨ ਪ੍ਰੀ ਮੋਲਰ ਤੇ ਮੋਲਰ। ICPM ਤੇ PM, ਇਹ ਇਹਨਾਂ ਦੇ ਸ਼ਾਰਟ ਨੇਮ ਨੇ। ਇਹ ਤੁਹਾਡੇ ਕੋਲ, ਮੈਂ ਤੁਹਾਨੂੰ ਕੁਐਸਚਨ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ ਕਿ ਵਾਟ ਇਜ਼ ਡੈਂਟਲ ਫਾਰਮੂਲਾ, ਉਹ ਵਾਲਾ ਕੁਐਸਚਨ ਆ ਗਿਆ। ਇਹ ਤਾਂ ਹੋ ਗਿਆ ਆਪਣੇ ਕੋਲ ਟੀਥ। ਟੀਥ ਜਿਹੜੀ ਹੈ ਵਾਈਟ ਕਲਰ ਦੀ ਕਵਰਿੰਗ, ਜਿਹੜੀ ਜੇ ਤੁਸੀਂ ਆਪਣੇ ਟੀਥ ਨੂੰ ਹੱਥ ਲਗਾਉਂਦੇ ਹੋ ਤਾਂ ਉਹ ਜਿਹੜਾ ਕਵਰ ਤੁਹਾਨੂੰ ਜਿਸ ਤੇ ਤੁਹਾਡਾ ਹੱਥ ਲੱਗਦਾ ਹੈ, ਇਟ ਇਜ਼ ਮੇਡ ਅਪ ਆਫ ਇਨੇਮਲ, ਠੀਕ ਹੈ। ਉਹ ਕਿਸ ਚੀਜ਼ ਦਾ ਬਣਿਆ ਹੋਇਆ? ਉਹ ਕਵਰ ਕਿਸ ਚੀਜ਼ ਦਾ? ਹਾਰਡ ਕਵਰਿੰਗ ਹੈ ਬੱਚੋ, ਦੈਟ ਇਜ਼ ਦਾ ਇਨੇਮਲ। ਹੁਣ ਆ ਗਏ ਆਪਾਂ ਟੀਥ, ਆਪਣੀ ਟੰਗ ਤੇ। ਟੰਗ ਕੀ ਚੀਜ਼ ਹੈ ਬੱਚੋ? ਟੰਗ ਇੱਕ ਆਪਣੀ ਮਸਕੂਲਰ ਰੈੱਡ ਕਲਰ ਦੀ ਔਰਗਨ, ਆਪਣੀ ਜੀਭ, ਠੀਕ ਹੈ। ਮੂਵੇਬਲ, ਜਿਹੜੀ ਕਿ ਮੂਵ ਹੋ ਸਕਦੀ ਹੈ, ਮਸਕੂਲਰ ਔਰਗਨ ਹੈ। ਇਹ ਨੀਚੇ ਆਪਣੇ ਮੂੰਹ ਦੇ ਵਿੱਚ ਫਲੋਰ, ਮੂੰਹ ਦੀ ਜਿਹੜੀ ਫਲੋਰ ਹੈ ਉਹਦੇ ਨਾਲ ਅਟੈਚ ਹੈ। ਉਸ ਜਿਸ ਪੁਆਇੰਟ ਤੇ ਅਟੈਚ ਹੈ ਜਿਹੜੀ, ਦੈਟ ਇਜ਼ ਕਾਲਡ ਫ੍ਰੈਨੂਲਮ, ਠੀਕ ਹੈ। ਉਸ ਨੂੰ ਕੀ ਕਹਿੰਦੇ ਨੇ? ਫ੍ਰੈਨੂਲਮ। ਟੀਥ ਆਪਣੇ ਲਈ ਕੀ ਕੰਮ ਕਰਦੇ ਨੇ? ਭੋਜਨ ਨੂੰ ਕੱਟ ਕਰਦੇ ਨੇ ਆਪਾਂ ਨੂੰ, ਠੀਕ ਹੈ। ਚੂ ਕੱਟ ਤੇ ਉਹਨਾਂ ਨੂੰ ਇੱਕ ਤਰ੍ਹਾਂ ਦੇ ਆਪਾਂ ਨੂੰ ਉਹਨੂੰ ਭੋਜਨ ਨੂੰ ਚਬਾਉਣ ਦੇ ਵਿੱਚ ਹੈਲਪ ਕਰਦੇ ਨੇ, ਮਸਟੀਕੇਟ ਕਰਦੇ ਆ ਭੋਜਨ ਨੂੰ ਆਪਾਂ ਨੂੰ, ਉਸ ਨੂੰ ਟੀਥ ਦਾ ਇਹ ਮੇਨ ਫੰਕਸ਼ਨ ਹੈ। ਉਸ ਤੋਂ ਬਾਅਦ ਵਿੱਚ ਜਿਹੜੇ ਟੰਗ ਦਾ ਕੰਮ ਕੀ ਹੈ? ਟੰਗ ਇੱਕ ਤਾਂ ਬਿਨਾਂ ਜੀਭ ਤੋਂ ਤੁਸੀਂ ਬੋਲ ਨਹੀਂ ਸਕਦੇ। ਕੋਸ਼ਿਸ਼ ਕਰਕੇ ਵੇਖੋ, ਆਪਣੀ ਜੀਭ ਨੂੰ ਫੜ ਕੇ ਬਿਨਾਂ ਹਿਲਾਏ ਤੁਸੀਂ ਬਿਨਾਂ ਜੀਭ ਤੋਂ ਨਹੀਂ ਬੋਲ ਸਕਦੇ। ਦੈਟ ਮੀਨਸ ਟੰਗ ਹੈਲਪ ਯੂ ਟੂ ਸਪੀਕ, ਠੀਕ ਹੈ। ਉਸ ਤੋਂ ਬਾਅਦ ਵਿੱਚੋਂ ਟੰਗ ਕੀ ਕਰਦੀ ਹੈ? ਟੰਗ ਤੁਹਾਡੇ ਭੋਜਨ ਨੂੰ ਜਿਹੜਾ ਤੁਸੀਂ ਖਾਇਆ ਉਸ ਨੂੰ ਸਲਾਈਵਾ ਨਾਲ ਮਿਕਸ ਕਰਕੇ ਸੌਫਟ ਬਣਾਉਂਦੀ ਹੈ ਤਾਂ ਕਿ ਤੁਸੀਂ ਉਸ ਨੂੰ ਐਨਗਲਫ ਕਰ ਸਕੋ, ਠੀਕ ਹੈ। ਇਹ ਤੁਹਾਡੇ ਕੋਲ ਬੇਸਿਕ ਫੰਕਸ਼ਨ ਆ ਗਏ ਟੰਗ ਦੇ।
ਟੰਗ ਤੋਂ ਬਾਅਦ ਤੁਹਾਡੀ ਮਾਊਥ ਦੇ ਵਿੱਚ ਬੱਚੋ ਦੇਖੋ, ਇਹ ਡਾਇਗਰਾਮ ਤੋਂ ਦੇਖੋ, ਇਹ ਹੈ ਪੈਰੋਟਿਡ ਗਲੈਂਡ। ਇਹ 3 ਲਾਰ ਗ੍ਰੰਥੀਆਂ ਨੇ, ਪੈਰੋਟਿਡ ਗਲੈਂਡ, ਸਬ ਮੈਗਜ਼ਿਲਰੀ, ਸਬ ਲਿੰਗੁਅਲ। ਠੀਕ ਹੈ, ਜਿਹੜੀ ਪੈਰੋਟਿਡ ਗਲੈਂਡ ਹੈ ਇਹ ਦੇਖੋ ਤੁਹਾਡੇ ਕੰਨ ਕੋਲ ਜਾ ਕੇ, ਜੇ ਤੁਸੀਂ ਆਪਣੇ ਇੱਕ ਵਾਰੀ ਥੁੱਕ ਨੂੰ ਅੰਦਰ ਨਿਗਲ ਕੇ ਦੇਖੋ ਤੁਹਾਨੂੰ ਫਿਰ ਸਮਝ ਆਏਗਾ ਇਹ ਪੈਰੋਟਿਡ ਗਲੈਂਡ ਹੈ। ਸਬ ਮੈਗਜ਼ਿਲਰੀ ਤੇ ਸਬ ਲਿੰਗੁਅਲ। ਲਿੰਗੁਅਲ ਜਿਹੜੀ ਟਰਮ ਆਉਂਦੀ ਹੈ ਬੱਚੋ, ਜੀਭ ਦੇ ਲਈ ਆਉਂਦੀ ਹੈ। ਠੀਕ ਹੈ, ਤਾਂ ਇਹ ਜੀਭ ਦੇ ਨੀਚੇ ਲਾਰ ਗ੍ਰੰਥੀ ਹੈ। ਸਬ ਮੈਗਜ਼ਿਲਰੀ ਤੁਹਾਡੇ ਕੋਲ ਨੀਚਲਾ ਜਵਾੜਾ, ਚੈਸਟ ਜਿਹੜੀ ਆਹ ਚਿਨ ਬੋਨ ਹੈ ਉੱਥੇ ਹੁੰਦੀ ਹੈ। ਹੁਣ ਸਲਿਵਰੀ ਗਲੈਂਡਸ ਦਾ ਕੀ ਫੰਕਸ਼ਨ ਹੈ? ਸਲਿਵਰੀ ਗਲੈਂਡਸ ਕੀ ਕਰਦੀਆਂ ਨੇ? ਇਹ ਸਲਾਈਵਾ ਯਾਨੀ ਕਿ ਤੁਹਾਡੇ ਮੂੰਹ ਦੇ ਵਿੱਚ ਲਾਰ ਪ੍ਰੋਡਿਊਸ ਕਰਦੀ ਹੈ। ਕੀ ਕਰਦੀ ਹੈ? ਲਾਰ ਪ੍ਰੋਡਿਊਸ ਕਰਦੀ ਹੈ। ਲਾਰ ਦੇ ਕੰਮ 10ਵੀਂ ਵਿੱਚ ਵੀ ਕੀਤੇ ਹੋਏ ਨੇ। ਤੇ ਜੇ ਤੁਸੀਂ ਸਲਾਈਵਾ ਦੇ ਕੰਮ ਕਰੋ, ਸਲਾਈਵਾ ਕੀ ਕਰਦਾ ਹੈ? ਜੀਭ ਉਸ ਨੂੰ, ਫਿਰ ਤੁਹਾਡੇ ਕੋਲ ਟੰਗ ਦਾ ਫੰਕਸ਼ਨ ਆ ਗਿਆ ਮੁੜ ਕੇ, ਇਹ ਸਲਾਈਵਾ ਨਾਲ ਫੂਡ ਨੂੰ ਮਿਕਸ ਕਰਦੀ ਹੈ। ਇਸ ਨਾਲ ਫੂਡ ਕੀ ਹੋ ਜਾਂਦਾ ਹੈ? ਸੌਫਟ ਹੋ ਜਾਂਦਾ ਹੈ ਤੇ ਤੁਸੀਂ ਉਸ ਨੂੰ ਅੰਦਰ ਐਨਗਲਫ ਕਰ ਸਕਦੇ ਹੋ। ਇੱਕ ਸਲਾਈਵਾ ਦਾ ਜਿਹੜਾ ਮੇਨ ਫੰਕਸ਼ਨ ਹੈ, ਇਸ ਵਿੱਚ ਬੱਚੋ ਇੱਕ ਐਂਜ਼ਾਈਮ ਹੁੰਦਾ ਹੈ, ਏਮਾਈਲੇਜ਼। ਅੱਜ ਤੁਸੀਂ ਇਸ ਚੀਜ਼ ਨੂੰ ਯਾਦ ਕਰ ਲਓ ਕਿ ਏਮਾਈਲੇਜ਼ ਜਿਹੜਾ ਐਂਜ਼ਾਈਮ ਹੈ ਇਹ ਹਮੇਸ਼ਾ ਤੇ ਹਮੇਸ਼ਾ ਸਟਾਰਚ ਦੇ ਨਾਲ ਰਿਲੇਟਡ ਹੁੰਦਾ ਹੈ। ਇਹ ਕੀ ਕਰਦਾ? ਤੁਸੀਂ ਕੋਈ ਵੀ ਭੋਜਨ ਖਾਇਆ ਜਿਸ ਵਿੱਚ ਸਟਾਰਚ ਹੈ, ਇਹ ਤੁਹਾਡੇ ਮੂੰਹ ਦੇ ਵਿੱਚ ਹੀ ਸਟਾਰਚ ਨੂੰ ਇੱਕ ਤਰ੍ਹਾਂ ਦੀ ਸ਼ੂਗਰ ਵਿੱਚ ਕਨਵਰਟ ਕਰ ਦਿੰਦੇ। ਜਿਵੇਂ ਕਿ ਜੇ ਤੁਸੀਂ ਬ੍ਰੈਡ ਖਾਈ ਹੈ, ਆਲੂ ਖਾਏ ਹੈ, ਠੀਕ ਹੈ, ਤਾਂ ਇਹ ਕੀ ਕਰਦਾ ਹੈ? ਉਸ ਨੂੰ, ਸਟਾਰਚ ਨੂੰ ਉੱਥੇ ਹੀ ਸ਼ੂਗਰ ਦੇ ਵਿੱਚ ਕਨਵਰਟ ਕਰ ਦਿੰਦਾ। ਠੀਕ ਹੈ ਬੱਚੋ, ਇਹ ਤਾਂ ਸੀਗਾ ਤੁਹਾਡਾ ਮਾਊਥ। ਹੁਣ ਮੂੰਹ ਤੋਂ ਬਾਅਦ ਜਿਹੜੀ ਆਪਣੀ ਇਹ ਓਰਲ ਕੈਵਿਟੀ ਦੀ ਬੇਸ ਦੇ ਵਿੱਚ ਤੁਹਾਡੇ ਕੋਲ ਕੀ ਆ ਗਿਆ? ਫੇਰਿੰਕਸ ਆ ਗਿਆ ਬੱਚੋ। ਫੇਰਿੰਕਸ ਕੀ ਹੈ? ਇਹ ਇੱਕ ਕਾਮਨ ਪੈਸੇਜ ਹੈ। ਕਿਸ ਚੀਜ਼ ਦੇ ਲਈ? ਇੱਕ ਤਾਂ ਇਹ ਫੂਡ ਪਾਈਪ ਇਸੋਫੈਗਸ ਵਿੱਚ ਖੁੱਲ੍ਹਦੇ ਬੱਚੋ, ਇਸ ਦੇ ਨਾਲ ਨਾਲ ਇੱਥੇ ਵਿੰਡ ਪਾਈਪ ਖੁੱਲ੍ਹਦੀ ਹੈ। ਜਿਹੜੀ ਵਿੰਡ ਪਾਈਪ ਮਤਲਬ ਸਾਹ ਨਲੀ। ਜਿਹੜੀ ਓਪਨਿੰਗ ਆਫ ਵਿੰਡ ਪਾਈਪ ਫੇਰਿੰਕਸ ਦੇ ਵਿੱਚ ਹੈ ਉਸ ਨੂੰ ਗਲੋਟਿਸ ਕਹਿੰਦੇ ਆ। ਠੀਕ ਹੈ, ਤੇ ਇਸ ਤੇ ਇੱਕ ਢੱਕਣ ਹੁੰਦਾ ਐਪੀਗਲੋਟਿਸ। ਜਦੋਂ ਤੁਸੀਂ ਕੁਝ ਖਾਣ ਲੱਗਦੇ ਹੋ ਤਾਂ ਤੁਹਾਡੀ ਜਿਹੜੀ ਸਾਹ ਨਲੀ ਹੈ, ਜੇ ਮੈਂ ਇੱਥੇ ਇਸ ਨੂੰ ਲਿਖਾਂ ਐਪੀਗਲੋਟਿਸ, ਠੀਕ ਹੈ, ਤਾਂ ਤੁਹਾਡੀ ਜਿਹੜੀ ਸਾਹ ਨਲੀ ਯਾਨੀ ਕਿ ਜਿਸ ਦਾ ਓਪਨਿੰਗ ਨੂੰ ਅਸੀਂ ਗਲੋਟਿਸ ਕਹਿੰਦੇ ਹਾਂ, ਉਸ ਨੂੰ ਇਹ ਇੱਕ ਮਸਕੂਲਰ ਢੱਕਣ ਜਿਹੜਾ ਹੈ ਕਾਰਟਿਲੇਜ ਦਾ ਬਣਿਆ ਹੋਇਆ, ਇਹ ਇਸ ਨੂੰ ਕਵਰ ਕਰ ਲੈਂਦਾ ਤਾਂ ਕਿ ਜਿਹੜਾ ਤੁਹਾਡਾ ਖਾਣਾ ਹੈ ਉਹ ਸਾਹ ਨਲੀ ਵਿੱਚ ਨਾ ਜਾਵੇ। ਤੁਸੀਂ ਆਮ ਤੌਰ 'ਤੇ ਆਪਣੇ ਘਰ 'ਚ ਆਪਣੇ ਬਜ਼ੁਰਗਾਂ ਨੂੰ ਕਹਿੰਦੇ ਸੁਣਿਆ ਹੋਏਗਾ ਕਿ ਖਾਣ ਵੇਲੇ ਬੋਲਣਾ ਨਹੀਂ। ਕਿਉਂ? ਕਿਉਂਕਿ ਤੁਸੀਂ ਥੋੜ੍ਹਾ ਜਿਹਾ ਵੀ ਸਾਹ ਲਈ ਤਾਂ ਉਸ ਟਾਈਮ ਉਹ ਕੀਤਾ, ਖਾਣ ਵੇਲੇ ਤੁਸੀਂ ਬੋਲਣ ਲੱਗੇ ਤਾਂ ਹੋ ਸਕਦਾ ਹੈ ਕਿ ਤੁਹਾਡਾ ਐਪੀਗਲੋਟਿਸ ਦਾ ਢੱਕਣ ਖੁੱਲ੍ਹੇ ਅਤੇ ਤੁਹਾਡਾ ਜਿਹੜਾ ਖਾਣਾ ਹੈ ਤੁਹਾਡੀ ਸਾਹ ਨਲੀ ਵਿੱਚ ਚਲਾ ਜਾਵੇ। ਠੀਕ ਹੈ, ਇਹ ਕਹਾਵਤ ਇਸੇ ਲਈ ਆਉਂਦੀ ਹੈ ਕਿ ਜਦੋਂ ਤੁਸੀਂ ਖਾ ਰਹੇ ਹੋ ਉਸ ਟਾਈਮ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਕਿਉਂਕਿ ਇਸ ਫੇਰਿੰਕਸ ਦੇ ਵਿੱਚ ਕੀ ਚੀਜ਼ ਹੈ ਬੱਚੋ? ਇਹ ਇੱਕ ਕਾਮਨ ਪੈਸੇਜ ਹੈ। ਕਿਸ ਲਈ? ਤੁਹਾਡੇ ਸਾਹ ਲੈਣ ਲਈ ਵੀ ਤੇ ਨਾਲ ਦੀ ਨਾਲ ਤੁਹਾਡੇ ਇਹ ਖਾਣੇ ਲਈ ਵੀ। ਆਹ ਬੱਚੋ ਹੁਣ ਤੁਹਾਡੇ ਕੋਲ ਇਹ ਕੀ ਆ ਗਿਆ? ਇਹ ਹੈ ਤੁਹਾਡੀ ਆਹਾਰ ਨਲੀ ਜਾਂ ਜਿਸ ਨੂੰ ਅਸੀਂ ਕਹਿੰਦੇ ਹਾਂ ਈਸੋਫੈਗਸ। ਠੀਕ ਹੈ, ਇਹ ਕੀ ਆ ਗਿਆ? ਈਸੋਫੈਗਸ। ਈਸੋਫੈਗਸ ਦੇ ਵਿੱਚ ਮੈਂ ਇੱਕ ਚੀਜ਼ ਬਣਾ ਰਹੀ ਹਾਂ। ਆਹ ਦੇਖੋ, ਮੈਂ ਇੱਕ ਗੋਲ ਰਾਊਂਡ ਇੱਕ ਇੱਥੇ ਬਣਾਇਆ ਹੈ। ਇਹ ਕੀ ਚੀਜ਼ ਹੈ ਬੱਚੋ? ਇਹ ਗੈਸਟ੍ਰੋਈਸੋਫੈਗਲ ਸਫਿੰਕਟਰ। ਇਸ ਤੋਂ ਭੋਜਨ ਕਿੱਥੇ ਆ ਗਿਆ? ਇਹ ਹੈ ਸਾਡਾ ਸਾਰਾ ਦਾ ਸਾਰਾ, ਦੇਖੋ ਇੱਥੋਂ ਤੱਕ ਜਿਹੜੀ ਚੀਜ਼ ਨੂੰ ਮੈਂ ਹੁਣ ਤੁਹਾਡੇ ਸਾਹਮਣੇ ਡਾਕ ਕਰ ਰਹੀ ਹਾਂ ਬੱਚੋ, ਇਹ ਹੈ ਆਪਣਾ ਸਟਮਕ। ਠੀਕ ਹੈ, ਜਦੋਂ ਖਾਣਾ ਈਸੋਫੈਗਸ ਤੋਂ ਸਟਮਕ ਵਿੱਚ ਆ ਗਿਆ, ਆਪਣੇ ਮੈਦੇ ਵਿੱਚ ਆ ਗਿਆ, ਇੱਥੋਂ ਵਾਪਿਸ ਨਾ ਜਾਵੇ, ਇਸ ਦੇ ਲਈ ਇੱਥੇ ਕੀ ਹੈ? ਇੱਥੇ ਇੱਕ ਸਫਿੰਕਟਰ ਹੈ, ਇੱਕ ਤਰ੍ਹਾਂ ਦਾ ਤੁਸੀਂ ਸੋਚ ਲਓ ਇੱਕ ਢੱਕਣ ਹੈ ਜਿਹੜਾ ਕਿ ਬੰਦ ਹੋ ਜਾਂਦਾ ਹੈ। ਇਸ ਦਾ ਨਾਮ ਹੈ ਗੈਸਟ੍ਰੋਈਸੋਫੈਗਲ ਸਫਿੰਕਟਰ। ਠੀਕ ਹੈ, ਤਾਂ ਹੁਣ ਭੋਜਨ ਕਿੱਥੇ ਆ ਗਿਆ? ਆਪਣੇ ਸਟਮਕ ਦੇ ਵਿੱਚ। ਜਦੋਂ ਸਟਮਕ ਵਿੱਚ ਆ ਗਿਆ ਤਾਂ ਸਟਮਕ ਦੇ 4 ਹਿੱਸੇ ਨੇ, ਫੰਡਸ, ਕਾਰਡੀਅਕ, ਬੋਡੀ ਤੇ ਲਾਸਟ ਵਾਲਾ ਪਾਇਲੋਰਿਕ। ਦੁਬਾਰਾ ਦੇਖ ਲਓ, ਫੰਡਸ, ਕਾਰਡੀਅਕ, ਬੋਡੀ ਤੇ ਪਾਇਲੋਰਿਕ।
ਇਹ ਕਿਤੇ ਵੀ ਨੀਟ ਵਿੱਚ ਕਿਤੇ ਵੀ ਪੁੱਛੇ ਜਾਣ ਵਾਲਾ ਇਹ ਪਾਰਟ ਹੋ ਸਕਦਾ ਹੈ। ਤੁਹਾਨੂੰ ਇਹ ਡਾਇਗਰਾਮ ਦੇ ਦੇਣ, ਕੁਛ ਮਿਸ ਕਰ ਦੇਣ, ਜਾਂ ਤੁਹਾਡੇ ਤੋਂ ਵੈਸੇ ਹੀ 4 ਨਾਮ ਪੁੱਛ ਲੈਣ। ਤਾਂ ਫਸਟ ਪਾਰਟ ਇਜ਼ ਦਾ ਫੰਡਸ, ਦੈਨ ਕਾਰਡੀਅਕ, ਬਾਡੀ ਤੇ ਪਾਇਲੋਰਿਕ। ਠੀਕ ਹੈ। ਹੁਣ ਜਿਹੜਾ ਪਾਇਲੋਰਿਕ ਹੈ ਇਹ ਛੋਟੀ ਆਪਣੀ ਅੰਦਰ ਹੈ, ਜਾਂ ਜਿਸ ਨੂੰ ਅਸੀਂ ਸਮਾਲ ਇੰਟੈਸਟਾਈਨ ਕਹਿੰਦੇ ਹਾਂ, ਉਸ ਵਿੱਚ ਜਾ ਕੇ ਖੁੱਲ੍ਹਦਾ। ਅਤੇ ਇਸ ਜਗ੍ਹਾ 'ਤੇ ਜਿਵੇਂ ਇੱਥੇ ਆਪਣੇ ਕੋਲ ਕੀ ਸੀਗਾ, ਗੈਸਟ੍ਰੋਇਸੋਫੇਗਲ ਸਫਿੰਕਟਰ ਸੀ ਨਾ, ਅਤੇ ਇੱਥੇ ਫਿਰ ਜਦੋਂ ਇੱਥੋਂ ਭੋਜਨ ਛੋਟੀ ਅੰਦਰ ਵਿੱਚ ਆ ਗਿਆ ਜਾਂ ਸਮਾਲ ਇੰਟੈਸਟਾਈਨ ਵਿੱਚ ਆ ਗਿਆ, ਇੱਥੇ ਵਿੱਚੋਂ ਤੁਹਾਡੇ ਕੋਲ ਇੱਕ ਸਫਿੰਕਟਰ ਹੈ ਜਿਸ ਦਾ ਨਾਮ ਹੈ ਪਾਇਲੋਰਿਕ ਸਫਿੰਕਟਰ। ਠੀਕ ਹੈ, ਪਾਇਲੋਰਿਕ ਸਫਿੰਕਟਰ। ਇਸ ਵਿੱਚ ਭੋਜਨ ਰਿਹਾ, ਭੋਜਨ 2-3 ਘੰਟੇ ਇੱਥੇ ਰਹਿੰਦਾ ਹੈ, ਅਤੇ ਇੱਥੇ ਆਪਣੇ ਕੋਲ ਕਿੱਥੇ ਆ ਗਿਆ, ਡਿਓਡੀਨਮ, ਛੋਟੀ ਆਂਦਰ। ਹੁਣ ਜਿਹੜੀ ਛੋਟੀ ਆਂਦਰ ਹੈ ਬੱਚੋ, ਇਸ ਦੇ ਜਿਹੜੇ ਹਿੱਸੇ ਨੇ, ਇਹਦਾ ਪਹਿਲਾ ਹਿੱਸਾ ਵੇਖੋ ਜਿਹੜਾ ਮੈਂ ਹੁਣ ਡਾਰਕ ਕਰ ਰਹੀ ਹਾਂ, ਦਿਸ ਇਜ਼ ਇਹ ਸੀ ਸ਼ੇਪਡ ਹੈ। ਆ ਦੇਖੋ ਛੋਟੀ ਜਿਹੀ ਸੀ ਬਣਦੀ ਪਈ ਨਾ, ਸੀ ਸ਼ੇਪਡ ਡਿਓਡੀਨਮ। ਫਿਰ ਤੁਹਾਡੇ ਕੋਲ ਕੀ ਹੈ, ਏਲੀਅਮ ਤੇ ਜੈਜੂਨਮ। ਇਸ ਦੇ 2 ਹਿੱਸੇ ਨੇ। ਆ ਜਿਹੜਾ ਸਾਰਾ ਕੁਆਇਲਡ ਹਿੱਸਾ ਹੈ ਇਹ ਛੋਟੀ ਆਂਦਰ ਸਮਾਲ ਇੰਟੈਸਟਾਈਨ ਦੇ, ਸਮਾਲ ਇੰਟੈਸਟਾਈਨ ਦੇ ਕਿੰਨੇ ਹਿੱਸੇ ਹੋਏ, 3, ਡਿਓਡੀਨਮ, ਜੈਜੂਨਮ ਤੇ ਇਲੀਅਮ। ਠੀਕ ਹੈ ਬੱਚੋ। ਹੁਣ ਛੋਟੀ ਆਂਦਰ ਇਲੀਅਮ ਕਿੱਥੇ ਖੁੱਲਦੀ ਹੈ, ਦਿਸ ਇਜ਼ ਦਾ ਲਾਰਜ ਇੰਟੈਸਟਾਈਨ। ਆ ਦੇਖੋ ਜਿੱਥੇ ਜਿੱਥੇ ਮੇਰੀ ਪੈਨਸਿਲ ਚੱਲਦੀ ਪਈ ਹੈ, ਇਸ ਪੁਆਇੰਟ ਤੱਕ ਇੱਥੋਂ। ਠੀਕ ਹੈ। ਇਹ ਜਿਹੜਾ ਦੇਖੋ, ਇਹ ਇੱਥੋਂ ਸ਼ੁਰੂ ਹੋਇਆ, ਨੀਚੋਂ ਸ਼ੁਰੂ ਹੋਇਆ ਤੇ ਕਿੱਥੇ ਜਾ ਰਿਹਾ, ਉੱਪਰ ਨੂੰ ਜਾ ਰਿਹਾ। ਤਾਂ ਜਿਹੜੀ ਲਾਰਜ ਇੰਟੈਸਟਾਈਨ ਹੈ ਇਸ ਨੂੰ ਕੋਲਨ ਵੀ ਕਹਿੰਦੇ ਨੇ, COLON, ਅਸੈਂਡਿੰਗ ਕੋਲਨ, ਜਿਹੜੀ ਕਿ ਉੱਪਰ ਨੂੰ ਜਾਂਦੀ। ਜਦੋਂ ਤੁਸੀਂ ਸੀੜੀਆਂ ਚੜ੍ਹਦੇ ਹੋ ਉੱਪਰ ਤਾਂ ਅਸੀਂ ਕਹਿੰਦੇ ਹਾਂ ਅਸੈਂਡਿੰਗ ਸਟੇਅਰਸ, ਤੇ ਇਸ ਲਈ ਇਹ ਉੱਪਰ ਜਾ ਰਹੀ ਹੈ। ਦਿਸ ਇਜ਼ ਅਸੈਂਡਿੰਗ ਕੋਲਨ। ਆਹ ਵਾਲਾ ਜਿਹੜਾ ਪਾਰਟ ਹੈ, ਦਿਸ ਪਾਰਟ, ਦਿਸ ਇਜ਼ ਦਾ ਟਰਾਂਸਵਰਸ ਕੋਲਨ। ਫਿਰ ਇਹ ਜਿਹੜਾ ਨੀਚੇ ਨੂੰ ਆ ਰਿਹਾ, ਡਿਸੈਂਡਿੰਗ, ਜਦੋਂ ਤੁਸੀਂ ਚੀਜ਼ ਨੀਚੇ ਆ ਰਹੇ ਹੋ। ਠੀਕ ਹੈ, ਦੈਟ ਇਜ਼ ਦਾ ਡਿਸੈਂਡਿੰਗ ਕੋਲਨ। ਅਤੇ ਇੱਕ ਛੋਟਾ ਜਿਹਾ ਪਾਰਟ ਜਿਹੜਾ ਕਿ ਕਰਵ ਥੋੜ੍ਹਾ ਲੈ ਰਿਹਾ, ਸਿਗਮਾਇਡ ਕੋਲਨ। ਠੀਕ ਹੈ। ਹੁਣ ਸਿਗਮਾਇਡ ਕੋਲਨ ਕਿੱਥੇ ਜਾ ਕੇ ਹੁੰਦਾ ਹੈ, ਇਸ ਨੂੰ ਇਹ ਕੀ ਹੈ, ਰੈਕਟਮ। ਰੈਕਟਮ ਕੀ ਹੈ ਬੱਚੋ, ਤੁਸੀਂ ਖਾਣਾ ਖਾਇਆ, ਇੱਥੇ ਤੱਕ ਆਇਆ, ਇੱਥੇ ਆ ਕੇ ਬੱਚਾ ਛੋਟੀ ਆਂਦਰ ਦੇ ਵਿੱਚ, ਬੜੀ ਆਂਦਰ ਦੇ ਵਿੱਚ ਭੋਜਨ, ਫਿਰ ਇੱਥੇ ਕੀ ਆ ਜਾਂਦਾ ਹੈ, ਸਾਰਾ ਦਾ ਸਾਰਾ ਸਾਡਾ ਅਣਪਚਿਆ ਭੋਜਨ। ਠੀਕ ਹੈ, ਦਿਸ ਇਜ਼ ਦੀ ਰੈਕਟਮ, ਜਿਹੜਾ ਕਿ ਸਾਡਾ ਅਣਪਚੇ ਭੋਜਨ ਨੂੰ ਸਟੋਰ ਕਰਕੇ ਰੱਖਦਾ ਹੈ। ਦਿਸ ਲਾਸਟ ਪਾਰਟ ਇਜ਼ ਦਾ ਐਨਸ। ਐਨਸ ਦੇ ਵਿੱਚ ਅਸੀਂ ਕੀ ਕਰਦੇ ਹਾਂ, ਐਨਸ ਉਹ ਪਾਰਟ ਹੈ ਜਿੱਥੋਂ ਅਸੀਂ ਆਪਣਾ ਅਨਡਾਈਜੈਸਟਡ ਜਿਹੜਾ ਫੂਡ ਹੈ, ਠੀਕ ਹੈ, ਜਿਸ ਨੂੰ ਤੁਸੀਂ ਪੰਜਾਬੀ ਵਿੱਚ ਮਲ ਦੁਆਰ ਪੜ੍ਹ ਕੇ ਆਏ ਹੋਏ ਹੋ, ਅਨਡਾਈਜੈਸਟਡ ਜਿਹੜਾ ਫੂਡ ਹੈ, ਵੀ ਥਰੂ ਆਊਟ ਥਰੂ ਦਾ ਐਨਸ। ਅਤੇ ਇਟ ਮੀਨਸ ਕੀ ਹੋ ਗਿਆ ਬੱਚੋ, ਆਪਣਾ ਜਿਹੜਾ ਡਾਈਜੈਸਟਿਵ ਸਿਸਟਮ ਹੈ, ਸਟਾਰਟ ਵਿਦ ਮਾਊਥ। ਠੀਕ ਹੈ, ਸਟਾਰਟ ਕਿੱਥੋਂ ਹੋਇਆ, ਮਾਊਥ ਤੋਂ, ਐਂਡ ਕਿੱਥੇ ਹੋਇਆ, ਐਨਸ ਦੇ ਵਿੱਚ। ਮਾਊਥ ਵਿੱਚ ਫਿਰ ਮੈਂ ਤੁਹਾਨੂੰ ਸਮਝਾਦਾ, ਮਾਊਥ ਵਿੱਚ ਆਪਣੇ ਕੋਲ ਜਿਹੜੀ ਓਰਲ ਕੈਵਿਟੀ ਹੈ, ਲਿਪਸ ਤੋਂ ਅੰਦਰ ਤੁਸੀਂ ਗਏ, ਟੀਥ ਹੈ, ਟੰਗ ਹੈ, ਸਲਿਵਰੀ ਗਲੈਂਡਸ ਆਪਾਂ ਪੜ੍ਹੀਆਂ। ਠੀਕ ਹੈ, ਸਲਿਵਰੀ ਗਲੈਂਡ ਤੋਂ ਬਾਅਦ ਆਪਣੇ ਕੋਲ ਕਿੱਥੇ ਆ ਗਿਆ, ਫੇਰੈਂਕਸ ਦੇ ਵਿੱਚ। ਫੇਰੈਂਕਸ ਦਾ ਇੱਥੇ ਕੀ ਹੈ, ਤੁਹਾਡੇ ਕੋਲ ਓਪਨਿੰਗ ਪੈਸੇਜ ਫੋਰ ਤੁਹਾਡੀ ਬਹੁਤ ਸਾਹ ਨਲੀ ਅਤੇ ਤੁਹਾਡੀ ਆਹਾਰ ਨਲੀ, ਥੋੜ੍ਹੀ ਡਾਈਜੈਸਟਿਵ ਜਿਹੜੀ ਹੈ, ਟ੍ਰੇਕੀਆ ਅਤੇ ਇਸੋਫੈਗਸ ਦੋਨਾਂ ਦੀ ਕਾਮਨ ਪੈਸੇਜ ਹੈ। ਇੱਥੋਂ ਤੁਹਾਡੇ ਕੋਲ ਆ ਦੇਖੋ, ਇੱਥੇ ਕੀ ਆ ਗਿਆ ਤੁਹਾਡੇ ਕੋਲ, ਇਸੋਫੈਗਸ। ਇਸੋਫੈਗਸ ਤੁਹਾਨੂੰ ਖੁਦ ਕਲੀਅਰ ਹੋ ਰਿਹਾ ਵੀ ਤੁਹਾਡੀ ਬੋਡੀ ਦੇ ਕਿਹੜੇ ਪਾਰਟ 'ਤੇ ਜਾ ਕੇ ਐਂਟਰ ਕਿੱਥੇ ਕਰ ਰਹੀ ਹੈ, ਸਟਮਕ ਦੇ ਵਿੱਚ। ਠੀਕ ਹੈ, ਸਟਮਕ ਤੋਂ, ਸਟਮਕ ਦੇ ਵਿੱਚ ਬੱਚੋ ਤੁਹਾਡੇ ਕੋਲ ਆਪਣੀ ਜਿਹੜੀ ਪਾਰਟ ਰਹਿ ਗਿਆ। ਹੁਣ ਆ ਗਏ ਆਪਣੀਆਂ ਜਿਹੜੀਆਂ ਆਪਾਂ ਜੇ ਗਲੈਂਡਸ ਕਰੀਏ ਤਾਂ ਸਟਮਕ, ਅਤੇ ਜਿਹੜੀ ਇਹ ਸੀ ਸ਼ੇਪ ਡਿਓਡੀਨਮ ਹੈ, ਇਸ ਦੇ ਵਿੱਚ ਆ ਗਿਆ ਤੁਹਾਡਾ ਲੂਬਾ, ਨਾਓ ਨੋਨ ਐਜ਼ ਪੈਨਕ੍ਰੀਆਸ। ਠੀਕ ਹੈ, ਵਾਟ ਇਜ਼ ਦਿਸ, ਪੈਨਕ੍ਰੀਆਸ। ਇਹ ਇੱਕ ਤਰ੍ਹਾਂ ਦੀ ਗਲੈਂਡ ਹੈ। ਅਤੇ ਇੱਥੇ ਤੁਹਾਡੇ ਕੋਲ ਕੀ ਹੈ, ਇਹ ਤੁਹਾਡੀ ਬਾਡੀ ਦੀ ਸਭ ਤੋਂ ਲਾਰਜੈਸਟ ਗਲੈਂਡ, ਦੈਟ ਇਜ਼ ਲਿਵਰ। ਤੁਸੀਂ ਜਿਗਰ ਪੜ੍ਹ ਕੇ ਆਏ ਨਾ ਕਿ ਲਾਰਜੈਸਟ ਗਲੈਂਡ ਇਜ਼ ਦਾ ਲਿਵਰ। ਇਸ ਦੇ ਵਿੱਚ ਬੱਚੋ ਇੱਕ ਛੋਟਾ ਜਿਹਾ ਪਾਰਟ ਹੈ, ਗਾਲ ਬਲੈਡਰ, ਜਿਸ ਨੂੰ ਕਿ ਅਸੀਂ ਕਹਿੰਦੇ ਹਾਂ ਪਿੱਤਾ। ਠੀਕ ਹੈ, ਆਪਾਂ ਸਾਰੇ ਦੇ ਸਾਰਿਆਂ ਦੇ ਕੰਮ ਜਦੋਂ ਆਪਾਂ ਡਾਈਜੈਸਟਿਵ ਸਿਸਟਮ ਦੇ ਵਰਕ ਕਰਾਂਗੇ ਉਦੋਂ ਕਰਾਂਗੇ। ਤੁਸੀਂ ਇੱਕ ਵਾਰ ਇਸ ਸਾਰੀ ਦੀ ਸਾਰੀ ਡਾਇਗਰਾਮ ਨੂੰ ਕਿੱਥੇ ਕੀ ਹੈ ਉਸ ਨੂੰ ਦੇਖੋ। ਸਟਮਕ ਓਪਨ ਇਨਟੂ ਦਾ ਡੋਡੀਨਮ, ਇੱਥੇ ਕੀ ਹੈ, ਗੈਸਟ੍ਰੋਇਸੋਫੇਗਲ ਸਫਿੰਕਟਰ, ਇਸ ਪੁਆਇੰਟ 'ਤੇ ਕੀ ਹੈ, ਪਾਇਲੋਰਿਕ ਸਫਿੰਕਟਰ, ਡਿਓਡੀਨਮ ਦੈਟ ਇਜ਼ ਦਾ ਸੀ ਸ਼ੇਪ। ਫਿਰ ਹਾਈਲੀ ਕੁਆਇਲਡ ਤੁਹਾਡੇ ਕੋਲ ਆ ਗਿਆ ਜੈਜੂਨਮ ਐਂਡ
ਇਲੀਅਮ, ਇਹ ਕੋਇਲਿੰਗ ਜਿਹੜੀ ਹੈਗੀ ਹੈ ਸਾਰੀ ਦੀ ਸਾਰੀ ਇਹ ਓਪਨ ਕਿੱਥੇ ਕਰਦੀ ਹੈ, ਸਿੱਕਮ ਦੇ ਵਿੱਚ। ਆਹ ਕੋਲਨ ਆ ਗਿਆ ਬੱਚੋ। ਜਿਹੜੀ ਓਪਨਿੰਗ ਆਫ ਸਿੱਕਮ ਪਾਰਟ ਆਪਾਂ ਮੈਂ ਤੁਹਾਨੂੰ ਸਮਝਾਦਾ ਇੱਕ ਵਾਰ ਕਿ ਜਿਹੜੀ ਸਮੋਲ ਇੰਟੈਸਟਾਈਨ ਤੇ ਲਾਰਜ ਇੰਟੈਸਟਾਈਨ ਦੀ ਓਪਨਿੰਗ ਦੇ ਕੋਲ ਬੱਚੋ ਆਪਣੇ ਕੋਲ ਇੱਕ ਪਾਰਟ ਹੈ, ਦਿਸ ਇਜ਼ ਕਾਲਡ ਸਿੱਕਮ, ਤੇ ਇਸ ਦੇ ਨਾਲ ਕੀ ਹੈ, ਵਰਮੀਫਾਰਮ ਅਪੈਂਡਿਕਸ। ਵਰਮੀਫਾਰਮ ਅਪੈਂਡਿਕਸ ਕੀ ਹੈ? ਵਰਮੀਫਾਰਮ ਅਪੈਂਡਿਕਸ ਬੱਚੋ ਇਹ ਆਪਣਾ ਵੈਸਟੀਜੀਅਲ ਔਰਗਨ ਹੈ। ਵੈਸਟੀਜੀਅਲ ਔਰਗਨ ਹੈ। ਵੈਸਟੀਜੀਅਲ ਔਰਗਨ ਮਤਲਬ ਅਵਸ਼ੇਸ਼ੀ ਅੰਗ। ਇਹ ਜਦੋਂ ਸਾਡੇ ਪੁਰਵਜ ਜੰਗਲਾਂ ਵਿੱਚ ਰਹਿੰਦੇ ਸੀ, ਉਹ ਫਲ ਫੁੱਲ ਵਗੈਰਾ ਖਾਂਦੇ ਸੀ, ਸੈਲੂਲੋਜ਼ ਜਾਂ ਨਿੱਕੀਆਂ ਉਹਨਾਂ ਨੇ ਖਾਣਾ। ਆਪਾਂ ਸੈਲੂਲੋਜ਼ ਨੂੰ ਹੁਣ ਪਚਾਉਂਦੇ ਨਹੀਂ ਜਿਹੜਾ, ਤਾਂ ਉਸ ਦੇ ਲਈ ਇੱਥੇ ਸੈਲੂਲੋਜਿਕ ਬੈਕਟੀਰੀਆਜ਼ ਰਹਿੰਦੇ ਸੀਗੇ। ਤਾਂ ਇਹ ਉਹਨਾਂ ਦੇ ਲਈ ਕੰਮ ਦਾ ਇੱਕ ਪਾਰਟ ਸੀਗਾ। ਹੌਲੀ ਹੌਲੀ ਇਨਸਾਨ ਨੇ ਜਿਵੇਂ ਜਿਵੇਂ ਤਰੱਕੀ ਕੀਤੀ, ਉੱਥੇ ਕੀ ਹੋਇਆ, ਉਸਨੇ ਕੀ ਖਾਣਾ ਸ਼ੁਰੂ ਕੀਤਾ ਹੋਇਆ, ਇੱਕ ਤਰ੍ਹਾਂ ਦਾ ਪੱਕਿਆ ਹੋਇਆ ਭੋਜਨ। ਪੱਕੇ ਹੋਏ ਭੋਜਨ ਦੇ ਵਿੱਚ ਬੱਚੋ ਆਪਾਂ ਸੈਲੂਲੋਜ਼ ਦੀ ਜਿਹੜੀ ਹੈ ਮਾਤਰਾ ਬਹੁਤ ਜ਼ਿਆਦਾ ਘਟਾਤੀ। ਤਾਂ ਇਸ ਪਾਰਟ ਦਾ ਸਾਡੇ ਲਈ ਫੰਕਸ਼ਨ ਜਿਹੜਾ ਹੈ ਉਹ ਘਟਦਾ ਗਿਆ, ਅਤੇ ਹੌਲੀ ਹੌਲੀ ਇਹ ਜਿਹੜਾ ਪਾਰਟ ਹੈ ਇਸ ਲਈ ਸਾਡੀ ਬੋਡੀ ਦੇ ਵਿੱਚ ਕੀ ਇੱਕ ਵੈਸਟੀਜੀਅਲ ਔਰਗਨ ਬਣ ਕੇ ਰਹਿ ਗਿਆ। ਤੁਸੀਂ ਨਾ ਸੁਣਿਆ ਹੋਵੇਗਾ ਕਈ ਵਾਰੀ ਹੁੰਦਾ ਅਪੈਂਡਿਕਸ ਦਾ ਆਪਰੇਸ਼ਨ ਹੋਇਆ। ਅਪੈਂਡਿਕਸ ਦਾ ਆਪਰੇਸ਼ਨ ਬੱਚੋ ਜਦੋਂ ਇਹ ਅਪੈਂਡਿਕਸ ਦੇਖੋ ਜਿਹਨੂੰ ਤੁਸੀਂ ਆਮ ਤੌਰ 'ਤੇ ਕਹਿੰਦੇ ਹੁੰਦੀ ਅਪੈਂਡਿਕਸ ਵਾਲੀ ਨਾੜ ਫੁੱਲ ਗਈ, ਤਾਂ ਇਹ ਆਪਰੇਟ ਉਦੋਂ ਹੀ ਕਰਨਾ ਪੈਂਦਾ ਹੈ ਜਦੋਂ ਇਹਦਾ ਪੇਨ ਹੋਵੇ। ਠੀਕ ਹੈ, ਫਿਰ ਡਾਕਟਰ ਕੀ ਕਰਦੇ, ਇਹਨੂੰ ਕੱਟ ਕਰਕੇ ਬੋਡੀ ਵਿੱਚੋਂ ਦੀ ਰਿਮੂਵ ਕਰ ਦਿੰਦੇ ਨੇ। ਅਦਰਵਾਈਜ਼ ਆਮ ਤੌਰ 'ਤੇ ਆਪਣੀ ਬਹੁਤ ਸਾਰਿਆਂ ਦੀ ਬੋਡੀ ਵਿੱਚ ਹੁੰਦੀ ਹੈ, ਪਰ ਇਸ ਦਾ ਕੋਈ ਫੰਕਸ਼ਨ ਨਹੀਂ ਹੁੰਦਾ। ਪਰ ਜੇ ਇਹ ਸਵੈਲ ਕਰ ਜਾਵੇ ਤਾਂ ਇਹਦਾ ਪੇਨ ਬਹੁਤ ਜ਼ਿਆਦਾ ਹੁੰਦਾ ਹੈ, ਅਤੇ ਫਿਰ ਕੀ ਹੁੰਦਾ ਕਿ ਸਾਨੂੰ ਇਸ ਨੂੰ ਇੱਕ ਤਰ੍ਹਾਂ ਦਾ ਆਪਰੇਟ ਕਰਵਾਉਣਾ ਪੈਂਦਾ। ਠੀਕ ਹੈ, ਤਾਂ ਇਹ ਕਿਸ ਜਗ੍ਹਾ 'ਤੇ ਆ ਦੇਖੋ, ਜਿੱਥੇ ਸਮੋਲ ਇੰਟੈਸਟਾਈਨ ਲਾਰਜ ਇੰਟੈਸਟਾਈਨ ਯਾਨੀ ਕਿ ਕੋਲਨ ਦੇ ਵਿੱਚ ਖੁੱਲ੍ਹਦੀ ਹੈ, ਤਾਂ ਉਸ ਜਗ੍ਹਾ 'ਤੇ ਤੁਹਾਡੇ ਕੋਲ ਕੀ ਆ ਗਿਆ, ਵਰਮੀਫਾਰਮ ਅਪੈਂਡਿਕਸ। ਠੀਕ ਹੈ, ਮੈਨੂੰ ਲੱਗਦਾ ਵੀ ਤੁਹਾਨੂੰ ਇੱਕ ਵਾਰੀ ਡਾਈਜੈਸਟਿਵ ਸਿਸਟਮ ਸਾਰਾ ਕਲੀਅਰ ਹੋ ਗਿਆ ਹੋਵੇਗਾ। ਡਾਈਜੈਸਟਿਵ ਸਿਸਟਮ ਦੀ ਸਭ ਤੋਂ ਪਹਿਲਾਂ ਤੁਸੀਂ ਸਟਰਕਚਰ ਡਾਇਗਰਾਮ ਨੂੰ ਚੰਗੀ ਤਰ੍ਹਾਂ ਕਰੋ, ਉਸ ਤੋਂ ਬਾਅਦ ਆਪਾਂ ਇਸ 'ਤੇ ਡਾਈਜੈਸ਼ਨ ਦਾ ਕੰਮ ਕਰਾਂਗੇ। ਠੀਕ ਹੈ ਬੱਚੋ, ਓਕੇ, ਥੈਂਕ ਯੂ।